ਇਸ ਦੇ ਪਿੱਛੇ ਵੀ? देखो गौरव जी, सब तो पहला तो मैं ਜਿਹੜੀ ਅੱਜ ਇਹ ਘਟਨਾ ਹੋਈ ਹੈ ਇਹਦੀ ਜਿੰਨੇ ਵੀ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਜਾਵੇ ਮੈਂ ਸਮਝਦਾ ਥੋੜੀ ਹੈ। ਦੂਜੀ ਗੱਲ, ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੀ ਕੋਈ ਆਮ ਆਦਮੀ ਪਾਰਟੀ ਦੇ ਬੁਲਾਰੇ ਤੁਲਨਾ ਕਰ ਰਹੇ ਆ ਪਿਛਲੀਆਂ ਪਾਰਟੀਆਂ ਦੇ ਸਮਿਆਂ ਦੀ, ਜੀ ਇਸ ਮਾਮਲੇ 'ਚ ਤੁਲਨਾ ਨਹੀਂ ਕਰਨੀ ਚਾਹੀਦੀ। ਕਿਉਂਕਿ ਇਹ ਉਹ ਮਾਮਲਾ ਹੈ ਜਿਹੜਾ ਸਾਡੇ ਮਨਾਂ ਦੇ ਨਾਲ, ਸਾਡੀ ਸ਼ਰਧਾ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਅਸੀਂ ਤੁਲਨਾ ਹੋਰ ਗੱਲਾਂ ਤੇ ਕਰ ਸਕਦੇ ਹਾਂ ਜੀ, ਲੇਕਿਨ ਜੇ ਇਹ ਘਟਨਾਵਾਂ ਹੋ ਰਹੀਆਂ ਚਾਹੇ ਉਹ ਕਿਸੇ ਦੇ ਵਿੱਚ ਵੀ ਹੋਈਆਂ ਨੇ ਤੇ ਚਾਹੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 14 ਮਹੀਨੇ ਹੋ ਗਏ ਔਰ ਇੱਕ ਦਿਨ ਦੇ ਵਿੱਚ 3-3 4-4 ਘਟਨਾਵਾਂ ਹੋਣੀਆਂ, ਮੈਂ ਸਮਝਦਾ ਕਿ ਬਹੁਤ ਮੰਦਭਾਗੀ ਗੱਲ ਹੈ। ਕਿਉਂਕਿ ਜੇ ਅਸੀਂ ਵੇਖਦੇ ਹਾਂ ਕਿ ਕੱਲੀ ਸਿੱਖ ਕੌਮ ਹੀ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ ਜੀ। ਮੈਂ ਕਹਿਣਾ ਕਿਸੇ ਧਰਮ ਨੂੰ ਮੰਨਣ ਵਾਲਾ ਵਿਅਕਤੀ ਹੈ ਉਹਦਾ ਅੱਜ ਹਿਰਦਾ ਬਲੂੰਦਰਿਆ ਗਿਆ ਜਦੋਂ ਇੱਕ ਵਿਅਕਤੀ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਚੱਲਦੇ ਹੋਏ ਗ੍ਰੰਥੀ ਸਾਹਿਬ ਤੇ ਹਮਲਾ ਹੋਇਆ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਉਹਨੇ ਜਿਸ ਤਰ੍ਹਾਂ ਦੇ ਹੱਥਾਂ ਦੇ ਨਾਲ ਹਮਲਾ ਕੀਤਾ, ਮੈਂ ਸਮਝਦਾ ਕਿ ਇਹਨੂੰ ਦੇਖ ਕੇ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ, ਬੜੀ ਪੀੜਾ ਹੋਈ ਹੈ ਜੀ। ਇਹ ਕੱਲੀ ਹੈ, ਇਹਦੇ ਨਾਲ ਫਰੀਦਕੋਟ ਗੁਰੂ ਕੀ ਢਾਬ ਵਿਖੇ ਵੀ ਔਰ ਜਿਸ ਤਰ੍ਹਾਂ ਦੀ ਕਪੂਰਥਲੇ ਦੇ ਵਿੱਚ ਨਿਹੰਗਾਂ ਸਿੰਘਾਂ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਮਾਮਲੇ ਹੋਣੇ, ਮੈਂ ਸਮਝਦਾ ਕਿ ਨਿਤ ਘਟਨਾਵਾਂ ਹੋ ਰਹੀਆਂ ਇਹਦੇ ਵਿੱਚ ਵਾਧਾ ਹੋ ਰਿਹਾ ਹੈ, ਇਹ ਪੰਜਾਬ ਦੇ ਲਈ ਬਹੁਤ ਮੰਦਭਾਗੀ ਹੈ। ਇਹਦੀ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਔਰ ਜਿਹੜੇ ਦੋਸ਼ੀ ਨੇ ਚਾਹੇ ਉਹ ਮੌਕੇ ਤੇ ਪਕੜੇ ਗਏ ਨੇ, ਬਿਲਕੁਲ, ਲੇਕਿਨ ਕਹਾਵਤ ਹੈ ਕਿ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਇਹਦੀ ਪੂਰੀ ਤਹਿ ਤੱਕ ਜਾਣਾ ਚਾਹੀਦਾ ਹੈ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮੈਂ ਇੱਕ ਸਿੱਖ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਵਿਅਕਤੀ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਨਾਨਕ ਨਾਮ ਲੈਵਾ ਸੰਗਤਾਂ ਦੀ ਸ਼ਰਧਾ ਨੂੰ ਸਮਝਦੇ ਹੋਏ ਜੇ ਤੁਸੀਂ ਇਹਨਾਂ ਚੀਜ਼ਾਂ ਤੇ ਕੰਟਰੋਲ ਕਰੋ, ਆਪਣੇ ਪ੍ਰਸ਼ਾਸਨ ਨੂੰ ਸਫੁਰਤ ਰੱਖੋ ਔਰ ਜਿੱਥੇ ਪ੍ਰਸ਼ਾਸਨ ਸਫੁਰਤ ਹੋਣਾ ਚਾਹੀਦਾ ਉੱਥੇ ਮੈਂ ਸਮਝਦਾ ਕਿ ਜਿਹੜੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਨੇ, ਚਾਹੇ ਉਹ ਗੁਪਤ ਕਮੇਟੀਆਂ ਨੇ, ਚਾਹੇ ਆਪਣੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬ ਆਉਂਦੇ ਨੇ, ਉਹਨਾਂ ਦੀਆਂ ਕਮੇਟੀ ਇਹਨਾਂ ਨੂੰ ਰਲ ਕੇ ਔਰ ਪਿੰਡਾਂ ਵਾਲਿਆਂ ਨੂੰ ਰਲ ਕੇ ਇਹਨਾਂ ਚੀਜ਼ਾਂ ਤੇ ਕੰਟਰੋਲ ਕਰਨਾ ਪਵੇਗਾ ਔਰ ਤਹਿ ਤੱਕ ਜਾਣਾ ਪਵੇਗਾ ਕਿ ਇਹਦੇ ਪਿੱਛੇ ਕਿਹੜਾ ਵਿਅਕਤੀ ਹੈ, ਜਿਹਦੀ ਕੀ ਮਨਸ਼ਾ ਹੈ। ਲੇਕਿਨ ਮੈਂ ਇੱਕ ਗੱਲ ਜੀ, ਹਾਂ ਤੁਸੀਂ ਕਰ ਲਓ, ਕੰਪਲੀਟ ਕਰ ਲਓ। ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਬੇਅਦਬੀ ਹੁੰਦੀ ਹੈ ਜਾਂ ਘਟਨਾ ਹੁੰਦੀ ਹੈ, ਕਿਸੇ ਵੀ ਧਰਮ ਦੇ ਦੀ ਜੇ ਕੋਈ ਬੇਅਦਬੀ ਹੁੰਦੀ ਹੈ, ਮੈਂ ਸਮਝਦਾ ਮਾੜੀ ਹੈ, ਲੇਕਿਨ ਪਿੱਛੋਂ ਇਹ ਬਹਾਨਾ ਦਿੱਤਾ ਜਾਂਦਾ ਕਿ ਉਹ ਵਿਅਕਤੀ ਮਾਨਸਿਕ ਰੋਗੀ ਸੀ। ਕਿ ਜਿਹੜਾ ਮਾਨਸਿਕ ਰੋਗੀ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਕਿਸੇ ਹੋਰ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨ ਦੀ ਉਹਨੂੰ ਜ਼ਿੰਮੇਵਾਰੀ ਹੈ ਕਿ ਉਹ ਮਾਨਸਿਕ ਰੋਗੀ ਉੱਥੇ ਜਾ ਕੇ ਇਹ ਘਟਨਾ ਕਰਦਾ ਹੈ। ਸੋ ਮੈਂ ਤਾਂ ਇੱਕ ਜਿੱਥੇ ਪਾਰਟੀ ਵੱਲੋਂ ਵੀ ਔਰ ਪੰਜਾਬੀ ਹੋਣ ਦੇ ਨਾਤੇ ਵੀ ਮੈਂ ਮੇਰੀ ਸ਼ਰਧਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਹੈ ਔਰ ਮੈਂ ਦੂਜੇ ਧਰਮਾਂ ਦਾ ਸਤਿਕਾਰ ਕਰਦਾ ਕਿ ਇਹਦੀ ਤਹਿ ਤੱਕ ਜਾਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜਾ ਵੱਡਾ ਫਤਵਾ ਦਿੱਤਾ ਹੈ। ਬਿਲਕੁਲ, ਅਸੀਂ ਤੁਹਾਡੀ ਸਾਹਿਬ ਇਹੀ ਪੁਆਇੰਟ ਹੈ ਕਿ ਤਹਿ ਤੱਕ ਕਿਵੇਂ ਜਾਇਆ ਜਾਵੇ। ਬਹੁਤ ਹੀ ਅਹਿਮ ਪੁਆਇੰਟ ਹੈ ਜਿਹੜਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਜਾਂ ਵਲਟੋਹਾ ਸਾਹਿਬ ਨੇ ਵੀ ਜ਼ਿਕਰ ਕੀਤਾ, ਆਹਲੂਵਾਲੀਆ ਜੀ ਵੀ ਜ਼ਿਕਰ ਕਰ ਰਹੇ ਨੇ ਕਿ ਜਿਹੜੇ ਗੁਰਦੁਆਰਾ ਪ੍ਰਬੰਧਕਾਂ ਜਿਨ੍ਹਾਂ ਦਾ ਗੁਰਦੁਆਰਿਆਂ ਦਾ ਪ੍ਰਬੰਧ ਐਸਜੀਪੀਸੀ ਦੇ ਕੋਲ ਨਹੀਂ ਹੈ, ਉਹਨਾਂ ਨੂੰ ਲੈ ਕੇ ਕੀ ਸਰਕਾਰ ਨੂੰ ਕੋਈ ਕਦਮ ਚੁੱਕਣਾ ਚਾਹੀਦਾ ਜਾਂ ਐਸਜੀਪੀਸੀ ਕੋਈ ਕਦਮ ਚੁੱਕੇ? ਜਿੰਨੀ ਮੇਰੇ ਕੋਲ ਜਾਣਕਾਰੀ ਹੈ, ਗੁਰਦੁਆਰਾ ਕੋਤਵਾਲੀ ਸਾਹਿਬ ਜੋ ਮੋਰਿੰਡੇ ਦੇ ਵਿੱਚ ਹੈ, ਇਹ ਵੀ ਐਸਜੀਪੀਸੀ ਦੇ ਅਧੀਨ ਨਹੀਂ ਆਉਂਦਾ ਸੀ। ਜੋ ਕਪੂਰਥਲਾ ਵਾਲਾ ਘਟਨਾਕ੍ਰਮ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਉੱਥੇ ਵੀ ਪ੍ਰਬੰਧਕੀ ਦਾ ਰੌਲਾ ਦੱਸਿਆ ਜਾ ਰਿਹਾ ਕਿ ਉਹ ਆਪਸ ਵਿੱਚ ਤਾਂ ਭਿੜ ਗਏ ਔਰ ਇਹ ਵੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਕੋਤਵਾਲੀ ਸਾਹਿਬ ਦੇ ਵਿੱਚ ਜੋ ਕੁਝ ਹੋਇਆ, ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਪੂਰੀ ਤਕਰਾਰ ਸੀ ਜੋ ਵੱਧਦੀ ਇੰਨੀ ਇਸ ਪੁਆਇੰਟ ਤੱਕ ਪਹੁੰਚ ਗਈ। ਇਸ ਦੇ ਉੱਤੇ ਮੈਂ ਗੱਲ ਕਰਾਂਗਾ, ਪਰ ਪਹਿਲਾਂ ਇੱਕ ਵਾਰੀ ਕੰਵਰ ਹਰਪ੍ਰੀਤ ਜੀ ਦਾ ਰੁਖ ਕਰ ਲਵਾਂ, ਉਸ ਤੋਂ ਬਾਅਦ ਇਸ ਪੁਆਇੰਟ ਦੇ ਬਹੁਤ ਅਹਿਮ ਪੁਆਇੰਟ ਹੈ ਕਿ ਕਿਸ ਤਰੀਕੇ ਨਾਲ ਇਸ ਦੇ ਉੱਤੇ ਅੱਗੇ ਵਧਿਆ ਜਾਵੇ। ਕੰਵਰ ਹਰਪ੍ਰੀਤ ਜੀ, ਪੂਰੇ ਘਟਨਾਕ੍ਰਮ ਨੂੰ ਕਾਂਗਰਸ ਕਿਵੇਂ ਦੇਖ ਰਹੀ ਹੈ? ਦੇਖੋ, ਕਾਂਗਰਸ ਦੇ ਸਮੇਂ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ। ਦੂਜਾ ਪੁਆਇੰਟ ਇਹ ਵੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਕਹਿੰਦੇ ਕਿ ਜੇਕਰ ਮਿਸਾਲੀ ਸਜ਼ਾ ਦਿੱਤੀ ਹੁੰਦੀ ਤਾਂ ਅਜਿਹੀਆਂ ਘਟਨਾਵਾਂ ਵਾਪਰਨ ਨਾ। ਤਾਂ ਇੱਕ ਉਂਗਲ ਤੁਹਾਡੇ ਵਾਲੇ ਪਾਸੇ ਜਾ ਕੇ ਉੱਠਦੀ ਹੈ ਕਿ ਜੇ 5 ਸਾਲ ਦੇ ਵਿੱਚ ਮਿਸਾਲੀ ਸਜ਼ਾ ਮਿਲ ਗਈ ਹੁੰਦੀ ਤਾਂ ਸ਼ਾਇਦ ਵੱਖਰਾ ਹੁੰਦਾ ਸਭ ਕੁਝ। ਦੇਖੋ ਗੌਰਵ ਜੀ, ਗੱਲ ਇਹ ਹੈ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਇਸ ਸਰਕਾਰ ਦੇ ਬਣਨ ਤੋਂ ਬਾਅਦ ਨਾ ਜਿਸ ਤਰੀਕੇ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੋਇਆ ਜੀ, ਉਸੇ ਲੜੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਅੱਜ ਆਹ ਗੱਲ ਕਰ ਰਹੇ ਹਾਂ, ਇਸ
ਬੇਅਦਬੀ ਦੀ ਘਟਨਾ ਦੀ। ਤੇ ਇਹ ਤੁਹਾਨੂੰ ਪਤਾ ਹੋਣਾ ਕਿ ਇੱਕ ਕਪੂਰਥਲਾ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਲੜਾਈ ਹੋਈ, ਇੱਕ ਫਰੀਦਕੋਟ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ, ਇੱਕ ਆ ਮੋਰਿੰਡੇ ਦੀ ਬਹੁਤ ਵੱਡੀ ਘਟਨਾ ਜਿਹਦਾ ਸਾਰੇ ਪੰਜਾਬ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਚਰਚਾ ਦਾ ਵਿਸ਼ਾ ਹੈ ਔਰ ਬੜੀ ਨਿੰਦਣਯੋਗ ਘਟਨਾ ਹੋਈ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਇਹ ਜ਼ਿਕਰ ਕਰਨਾ ਬਹੁਤ ਜ਼ਰੂਰੀ ਸਮਝਦਾ ਕਿ ਦੇਖੋ ਗੌਰਵ ਜੀ, ਅਪਰਾਧੀ ਤੇ ਬਿਮਾਰ ਮਾਨਸਿਕਤਾ ਵਾਲੇ ਲੋਕ ਹਮੇਸ਼ਾ ਸਮਾਜ ਦੇ ਵਿੱਚ ਮੌਜੂਦ ਹੁੰਦੇ ਨੇ। ਮਸਲਾ ਇਸ ਗੱਲ ਦਾ ਵੀ ਉਹ ਲੋਕ ਸਿਰ ਉਦੋਂ ਚੁੱਕਦੇ ਨੇ ਜਦੋਂ ਸਰਕਾਰਾਂ ਕਮਜ਼ੋਰ ਹੁੰਦੀਆਂ ਨੇ। ਸੋ ਇਸ ਸਰਕਾਰ ਦੀ ਕਮਜ਼ੋਰੀ ਤੇ ਨਲਾਇਕੀ ਤਾਂ ਅਸੀਂ ਪਿਛਲੇ 1.5 ਸਾਲ ਸਵਾ ਸਾਲ ਤੋਂ ਦੇਖਦੇ ਆ ਰਹੇ ਹਾਂ। ਜਿੱਦਾਂ ਇਹ ਕਹਿੰਦੇ ਵੀ ਅਸੀਂ ਲਾ ਮਿਸਾਲ ਸਜ਼ਾ ਦੇਵਾਂਗੇ ਤੇ ਇੱਥੇ ਪਤਾ ਨਹੀਂ ਕੀ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ। ਮੈਂ ਪੁੱਛਣਾ ਚਾਹੁੰਦਾ ਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ, ਸੰਦੀਪ ਨੰਗਲੰਬੀਆਂ ਦੇ ਕਾਤਲਾਂ, ਨਕੋਦਰ ਵਿੱਚ ਜਿਹੜੇ ਕੱਪੜਾ ਵਪਾਰੀ ਦਾ ਕਤਲ ਹੋਇਆ, ਨਾਲ ਉਹਦੇ ਗਨਮੈਨ ਦਾ ਵੀ ਕਤਲ ਹੋਇਆ, ਉਸ ਕਤਲ ਦੇ ਅਪਰਾਧੀ ਉਹਦੇ ਬਾਰੇ ਇਹਨਾਂ ਦਾ ਕੀ ਵਿਚਾਰ ਹੈ, ਕੀ ਬਿਆਨ ਹੈ? ਅਸੀਂ ਇਹਨਾਂ ਦੀ ਗੱਲ ਤੇ ਯਕੀਨ ਤਾਂ ਕਰੀਏ ਨਾ ਜੇ ਇਹਨਾਂ ਨੇ ਕੋਈ ਅਜਿਹਾ ਕਰਕੇ ਦਿਖਾਇਆ ਹੋਵੇ ਤਾਂ ਅਸੀਂ ਮੰਨ ਲਈਏ ਕਿ ਵੀ ਠੀਕ ਹੈ ਘਟਨਾ ਹੋਊਗੀ। ਲੇਕਿਨ ਜੋ ਇਹਨਾਂ ਨੇ ਪਹਿਲਾਂ ਕੀਤਾ ਹੈ, ਇੱਕ ਇਹਨਾਂ ਨੇ ਸਾਲ ਕਾਇਮ ਕੀਤੀ ਹੈ ਤੇ ਉਸੇ ਤਰਜ਼ ਤੇ ਅੱਗੇ ਵੀ ਕਰਨਗੇ। ਜੋ ਇਹਨਾਂ ਨੇ ਪਹਿਲਾਂ ਕੀਤਾ ਉਹ ਤਾਂ ਬਿਲਕੁਲ ਸਰਕਾਰ ਦੀ ਨਲਾਇਕੀ ਉਸ ਤੋਂ ਜ਼ਾਹਰ ਹੁੰਦੀ ਹੈ। ਔਰ ਇਹਨਾਂ ਦੇ ਰਾਜ ਦੇ ਵਿੱਚ ਜੋ ਲਾ ਐਂਡ ਆਰਡਰ ਦੀ ਸਥਿਤੀ ਹੈ, ਜਿਸ ਤਰੀਕੇ ਨਾਲ ਪੈਨਿਕ ਲੋਕਾਂ 'ਚ ਫੈਲਿਆ, ਜਿਸ ਤਰ੍ਹਾਂ ਦੀ ਇਨਸਿਕਿਉਰਿਟੀ ਦਾ ਮਾਹੌਲ ਹੈ, ਉਹ ਤਾਂ ਅੱਜ ਤੱਕ ਅਸੀਂ ਕਦੇ ਦੇਖਿਆ ਨਹੀਂ। ਅੱਤਵਾਦ ਦੇ ਸਮੇਂ ਵੀ ਨਹੀਂ ਦੇਖਿਆ ਸੀ। ਇੱਕ ਕਹਿੰਦੇ ਜੀ ਭਗਵੰਤ ਮਾਨ ਦਿੱਲੀ ਤੋਂ ਪੁੱਛਣ ਨਹੀਂ ਜਾਂਦਾ। ਮੈਂ ਬਿਲਕੁਲ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ, ਦਿੱਲੀ ਤੋਂ ਪੁੱਛਣ ਨਹੀਂ ਜਾਂਦਾ। ਪਰ ਅਫਸੋਸ ਇਸ ਗੱਲ ਦਾ ਕਿ ਦਿੱਲੀ ਦੇ ਨੁਮਾਇੰਦੇ ਚੰਡੀਗੜ੍ਹ ਵਿੱਚ ਬੈਠ ਕੇ ਭਗਵੰਤ ਮਾਨ ਦੀ ਸਰਕਾਰ ਆਪ ਹੀ ਚਲਾਉਂਦੇ ਨੇ। ਇਹਨਾਂ ਨੂੰ ਇਹ ਮੈਂ ਦੱਸਣਾ ਚਾਹੁੰਦਾ ਔਰ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਹ ਪਿਛਲੇ 1.25 ਸਾਲ ਤੋਂ ਦਿੱਲੀ ਦੇ ਨੁਮਾਇੰਦੇ ਤਾਂ ਚੰਡੀਗੜ੍ਹ 'ਚ ਬੈਠ ਕੇ ਸਰਕਾਰ ਚਲਾ ਰਹੇ ਨੇ। ਦਿੱਲੀ ਤੋਂ ਪੁੱਛਣ ਜਾਣ ਦੀ ਲੋੜ ਨਹੀਂ, ਦਿੱਲੀ ਚੰਡੀਗੜ੍ਹ ਪਹੁੰਚਾਈ ਇਹਨਾਂ ਨੇ। ਸੋ ਅਗਲੀਆਂ ਚੋਣਾਂ ਨਾ ਲੜਨ ਦੇ ਬਾਰੇ ਇੱਕ ਬਿਆਨ ਦਿੱਤਾ, ਬੜੇ ਹੋਪਲੈਸ ਜਿਹੇ ਬਿਆਨ ਦੇ ਰਹੇ ਨੇ, ਅਜੀਬ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ। ਆਖੇ ਜੀ ਚੋਣਾਂ ਨਹੀਂ ਲੜਾਂਗੇ ਜੀ ਜੇ ਅਸੀਂ ਨਾ ਕੀਤਾ ਤਾਂ। ਇਹ ਤਾਂ ਗੱਲ ਕਰਕੇ ਕਰਨ ਲੱਗੇ ਮਿੰਟ ਲਾਉਂਦੇ ਨੇ। ਇਹਨਾਂ ਦੇ ਸੁਪਰੀਮੋ ਕੇਜਰੀਵਾਲ ਨੇ ਮਜੀਠੀਆ ਸਾਹਿਬ ਤੋਂ ਮਾਫੀ ਮੰਗੀ, ਕਿਸ ਤਰੀਕੇ ਨਾਲ ਪਹਿਲਾਂ ਕਿੱਦਾਂ ਦੇ ਇਲਜ਼ਾਮ ਲਾਏ, ਉਸ ਤੋਂ ਬਾਅਦ ਚਲੋ ਆਪਾਂ ਪੁਆਇੰਟ ਤੇ ਰਹੀਏ, ਆਪਾਂ ਡੀਰੇਲ ਨਾ ਹੋ ਜਾਈਏ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਬਹੁਤ ਅਹਿਮ ਪੁਆਇੰਟਸ ਨੇ ਜਿਨ੍ਹਾਂ ਦੇ ਉੱਪਰ ਗੱਲਬਾਤ ਜੇ ਬਾਕੀ ਕਿਤੇ ਨਾ ਕਿਤੇ ਨਾ ਚਾਹੁੰਦਿਆਂ ਹੋਇਆਂ ਵੀ ਨਾ ਮੇਰੀ ਗੱਲ ਨੂੰ ਸਮਝੋ। ਤੁਹਾਨੂੰ ਲੱਗਦਾ ਕਿ ਮਿਸਾਲੀ ਸਜ਼ਾ ਇਹ ਘਟਨਾਵਾਂ ਨੂੰ ਰੋਕਣ ਦਾ ਇੱਕ ਜ਼ਰੀਆ ਹੋ ਸਕਦੀ ਹੈ? ਮਿਸਾਲੀ ਸਜ਼ਾ ਹੀ ਕੇਵਲ ਜ਼ਰੀਆ ਨਹੀਂ ਹੈ ਗੌਰਵ ਜੀ। ਮੈਂ ਜੋ ਕਹਿਣਾ ਚਾਹ ਰਿਹਾ ਉਸ ਨੂੰ ਸਮਝੋ। ਮੈਂ ਇੱਥੇ ਕਿਤੇ ਨਾ ਕਿਤੇ ਨਾ ਚਾਹੁੰਦਿਆਂ ਹੋਇਆਂ ਵੀ ਪਾਰਟੀ ਆਈਡੀਓਲੋਜੀ ਵੱਖਰੀ ਹੋਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਮੈਨੂੰ ਵਲਟੋਆ ਸਾਹਿਬ ਦੀ ਗੱਲ ਨਾਲ ਸਹਿਮਤ ਹੋਣਾ ਪੈਂਦਾ ਹੈ ਕਿ ਜਿਹੜੀ ਇਹ ਸਰਕਾਰ ਹੈ ਇਹ ਗੈਰ ਤਜਰਬੇਕਾਰ ਹੋਣ ਦੇ ਨਾਲ ਨਾਲ ਗੈਰ ਜ਼ਿੰਮੇਵਾਰ ਵੀ ਹੈ। ਔਰ ਇਸ ਦੀ ਸਰਕਾਰ ਦੀ ਗੈਰ ਜ਼ਿੰਮੇਵਾਰੀ ਦਾ ਇਹ ਨਤੀਜਾ ਠੀਕ ਹੈ। ਨਹੀਂ ਪਰ ਦੇਖੋ ਘਟਨਾਵਾਂ ਤਾਂ ਤੁਹਾਡੀ ਵਾਰ ਨੂੰ ਵੀ ਵਾਪਰੀਆਂ, ਹਾਲਾਂਕਿ ਜਵਾਬ ਦੇਣਗੇ ਆਲੂਵਾਲੀਆ ਜੀ। ਮੇਰੀ ਗੱਲ ਸੁਣ ਲਓ ਇੱਕ ਮਿੰਟ। ਸਾਡੀ ਵਾਰ ਨੂੰ ਠੀਕ ਪਹਿਲਾਂ ਘਟਨਾ ਵਾਪਰੀ ਦਰਬਾਰ ਸਾਹਿਬ ਦੇ ਵਿੱਚ, ਲੇਕਿਨ ਗੌਰਵ ਜੀ ਕੋਈ ਫਰਕ ਦੇਖੋ, ਕਿਤੇ ਹੋਇਆ ਕੋਈ ਘਟਨਾ ਵਾਪਰ ਗਈ, ਇੱਥੇ ਤਾਂ ਰੋਜ਼ ਦਾ ਕੰਮ ਹੈ। ਮਸਲਾ ਤਾਂ ਇਸ ਗੱਲ ਦਾ ਆਪਾਂ ਜਵਾਬ ਲੈ ਲਈਏ ਸਰ। ਆਪਾਂ ਮੈਂ ਉਹੀ ਕਹਿ ਰਿਹਾ, ਮੈਂ ਤੁਹਾਨੂੰ ਡਰਾ ਚੁੱਕਿਆ ਜਿਹੜੀਆਂ ਬੇਅਦਬੀ ਦੀਆਂ, ਬਾਕੀ ਲੁੱਟਾਂ ਖੋਹਾਂ ਦੀਆਂ, ਐਕਸਟੋਰਸ਼ਨ ਦੀਆਂ, ਕਤਲਾਂ ਦੀਆਂ ਰੋਜ਼ ਘਟਨਾਵਾਂ ਹੋ ਰਹੀਆਂ ਨੇ। ਉਹਦੇ ਮੁਕਾਬਲੇ ਜਿਹੜੀ ਸਾਡੀ ਸਰਕਾਰ ਸਮੇਂ ਤਾਂ ਕਿਸੇ ਗਿਣਤੀ 'ਚ ਨਹੀਂ ਆਉਂਦੀਆਂ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ ਸਰ ਇੱਕ ਵਾਰੀ। ਮੈਂ ਤੁਹਾਡੇ ਕੋਲ ਵਾਰ-ਵਾਰ ਵਾਪਸ ਆਊਂਗਾ, ਕੋਸ਼ਿਸ਼ ਕਰਾਂਗਾ ਬਹੁਤ ਸਾਰੇ ਪੁਆਇੰਟਸ ਦੇ ਉੱਤੇ ਗੱਲਬਾਤ ਕਰ ਸਕਾਂ। ਗੌਰਵ ਜੀ ਜਿੰਨਾ ਤੁਸੀਂ ਬਾਕੀਆਂ ਨੂੰ ਸਮਾਂ ਦਿੱਤਾ ਮੈਨੂੰ ਵੀ ਤਾਂ ਦਿਓ ਨਾ ਕਾਈਂਡਲੀ। ਪਲੀਜ਼ ਸਰ ਪਲੀਜ਼, ਤੁਹਾਡਾ ਕੋਈ ਨੈਟਵਰਕ ਇਸ਼ੂ ਸੀ, ਨਹੀਂ ਤਾਂ ਮੈਂ ਤੁਹਾਡੇ ਕੋਲ ਪਹਿਲਾਂ ਵੀ ਆ ਜਾਂਦਾ। ਕਰ ਲਓ ਕੰਪਲੀਟ ਕਰ ਲਓ ਸਮਾਂ। ਮੈਂ ਕਹਿੰਦਾ ਹੁਣ ਮੈਨੂੰ ਤਾਂ ਉਹਨਾਂ ਸਮਾਂ ਦਿਓ ਨਾ ਜਿੰਨਾ ਬਾਕੀਆਂ ਨੂੰ ਦਿੱਤਾ। ਆਲਰੇਡੀ ਸਰ 3-4 ਮਿੰਟ ਲੈ ਚੁੱਕੇ ਹੋ ਤੁਸੀਂ। ਕਰ ਲਓ ਕੰਪਲੀਟ ਕਰ ਲਓ ਗੱਲ। ਮੈਂ ਪਹਿਲਾਂ ਕਹਿ ਚੁੱਕਿਆ ਸਰ ਕਿ ਅਪਰਾਧੀ ਕਿਸਮ ਦੇ ਅਨਸਰ ਹਮੇਸ਼ਾ ਸਮਾਜ 'ਚ ਮੌਜੂਦ ਹੁੰਦੇ ਨੇ, ਲੇਕਿਨ ਉਹ ਸਿਰ ਉਦੋਂ ਚੁੱਕਦੇ ਨੇ ਜਦੋਂ ਸਰਕਾਰਾਂ ਕਮਜ਼ੋਰ ਹੁੰਦੀਆਂ ਨੇ। ਤੇ ਸਰਕਾਰ ਦੀ ਕਮਜ਼ੋਰੀ, ਗੈਰ ਜ਼ਿੰਮੇਵਾਰੀ, ਨਲਾਇਕੀ ਤੇ ਗੈਰ ਤਜਰਬੇਕਾਰ ਹੋਣ ਦਾ ਇਹ ਸਬੂਤ ਹੈ ਕਿ ਪਿਛਲੇ 1.25 ਸਾਲ ਤੋਂ ਪੰਜਾਬ ਦੇ ਵਿੱਚ ਮਾਹੌਲ ਉਸ ਤਰ੍ਹਾਂ ਦਾ ਬਣ ਚੁੱਕਿਆ ਜਿਹੜਾ ਸਾਨੂੰ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ। ਠੀਕ ਹੈ ਆਲੂਵਾਲੀਆ ਜੀ, ਪੁਆਇੰਟ ਨੰਬਰ 1 ਕਹਿੰਦੇ ਤੁਸੀਂ ਅਲੱਗ-ਅਲੱਗ ਕੇਸਿਸ ਦੇ ਵਿੱਚ ਐਗਜ਼ਾਮਪਲ ਨਹੀਂ ਸੈੱਟ ਕਰ ਪਾਏ। ਜੇ ਮਿਸਾਲੀ ਸਜ਼ਾ ਮਿਲਦੀ ਤਾਂ ਵੱਖਰਾ ਕੁਝ ਮਾਹੌਲ ਹੁੰਦਾ, ਖਾਸ ਤੌਰ ਤੇ ਸਿਰਫ ਬੇਅਦਬੀ ਤੱਕ ਸੀਮਿਤ ਨਹੀਂ, ਹੋਰ ਸਾਰੇ ਕੇਸਿਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਤਿੰਨ ਪੋਲੀਟੀਕਲ ਪਾਰਟੀਆਂ ਬੈਠੀਆਂ ਇੱਥੇ, ਇਹ ਇਸ ਗੱਲ ਨੂੰ ਐਗਰੀ ਤਾਂ ਕਰਦੀਆਂ ਕਿ ਇੱਕ ਐਗਜ਼ਾਮਪਲ ਸੈੱਟ ਹੋਣਾ ਚਾਹੀਦਾ, ਪਰ ਜਦ ਇਹਨਾਂ ਦੇ ਟਾਈਮ ਤੇ ਸੇਮ ਚੀਜ਼ਾਂ ਹੋਈਆਂ ਇਹ ਐਗਜ਼ਾਮਪਲ ਸੈੱਟ ਨਹੀਂ ਕਰ ਪਾਏ। ਅੱਜ ਇਹ ਲੋਕ ਅਗਰ ਆਪੋਜੀਸ਼ਨ 'ਚ ਬੈਠੇ ਤੇ ਕਾਹਦੇ ਲਈ ਬੈਠੇ? ਐਗਜ਼ਾਮਪਲ ਸੈੱਟ ਨਹੀਂ ਕਰ ਪਾਏ ਤਦੀ ਤਾਂ ਬੈਠੇ ਨੇ, ਤਦੀ ਤਾਂ ਪੰਜਾਬ ਦੇ ਲੋਕਾਂ ਨੇ ਸਾਨੂੰ ਦਿੱਤੀ ਹੈ ਪਾਵਰ ਸਰਕਾਰ ਚਲਾਉਣ ਦੀ ਕਿ ਤੁਸੀਂ ਐਗਜ਼ਾਮਪਲ ਸੈੱਟ ਕਰੋ। ਅੱਜ ਅਸੀਂ ਐਗਜ਼ਾਮਪਲ ਸੈੱਟ ਕਰਨ ਦੀ ਵਾਰੀ ਕਰਦੇ ਹਾਂ। ਮਰਿੰਡੇ ਦੇ ਅੰਦਰ ਇਨਸੀਡੈਂਟ ਹੁੰਦਾ ਹੈ, ਸਰਦਾਰ ਭਗਵੰਤ ਸਿੰਘ ਮਾਨ ਨਾਲ ਦੇ ਨਾਲ ਐਕਸ਼ਨ ਲੈਂਦੇ ਨੇ, ਔਰ ਐਕਸ਼ਨ ਲੈਂਦੇ ਹੋਏ ਉਹਦੀ ਇਨਕੁਆਇਰੀ ਚੱਲ ਪਈ, ਉਸ ਤੇ FIR ਹੋ ਗਈ। ਇਹਨਾਂ ਦੇ ਟਾਈਮ ਤੇ ਤਾਂ ਅੱਜ ਤੱਕ ਇਹੀ ਨਹੀਂ ਪਤਾ ਲੱਗ ਪਾਇਆ ਇਹਨਾਂ ਲੋਕਾਂ ਨੂੰ ਕਿ ਮਾਮਲਾ ਕੀਤਾ ਕਿੰਨੇ,
ਫੜਿਆ ਕਿਨੇ? ਅੱਜ ਵਲਟੋਆ ਸਾਹਿਬ ਇੱਥੇ ਬੈਠ ਕੇ ਕਹਿੰਦੇ ਜੀ ਐਸਜੀਪੀਸੀ ਦੇ ਕੋਲ ਜਿਹੜੇ ਗੁਰਦੁਆਰੇ ਨਹੀਂ ਨੇ, ਉਹ ਜਿਹੜੇ ਗੁਰਦੁਆਰੇ ਨੇ ਉਹ ਅਨਸੇਫ ਨੇ। ਹਰਮੰਦਰ ਸਾਹਿਬ 'ਚ ਜਦ ਇਨਸੀਡੈਂਟ ਹੋਇਆ, ਕਾਂਗਰਸ ਦੀ ਸਰਕਾਰ ਸੀ, ਸ਼੍ਰੋਮਣੀ ਅਕਾਲੀ ਦਲ ਦੀ ਐਸਜੀਪੀਸੀ ਬਾਦਲ ਉਹਨੂੰ ਚਲਾ ਰਹੀ ਸੀਗੀ, ਕੀ ਐਗਜ਼ਾਮਪਲ ਸੈੱਟ ਕੀਤਾ? ਦੋਨੋਂ ਸੀਗੇ ਤਦ ਇਨਵੋਲਵ। ਇਹ ਜਿਹੜੀਆਂ ਪੋਲਿਟਿਕਸ ਕਰਦੇ ਨੇ ਨਾ, ਇਸ ਤੋਂ ਲੋਕੀ ਦੁਖੀ ਆਏ ਆ। ਇਸ ਕਰਕੇ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਐਗਜ਼ਾਮਪਲ ਸੈੱਟ ਕਰਨ ਲਈ ਭੇਜਿਆ, ਔਰ ਅਸੀਂ ਐਗਜ਼ਾਮਪਲ ਸੈੱਟ ਕਰਾਂਗੇ। ਬਾਰ-ਬਾਰ ਇੱਕੋ ਗੱਲ ਨੂੰ ਕਹਿ ਦੇਣਾ, ਇਹਨਾਂ ਤੋਂ ਕੁਝ ਹੋ ਨਹੀਂ ਰਿਹਾ। ਨਹੀਂ, ਤੁਹਾਨੂੰ ਲੱਗਦਾ ਕਿ ਕਾਂਗਰਸ ਨੇ 5 ਸਾਲ 'ਚ ਨਹੀਂ ਐਗਜ਼ਾਮਪਲ ਸੈੱਟ ਕੀਤਾ? ਜੇ ਕੀਤਾ ਹੁੰਦਾ ਤਾਂ ਇਨਸੀਡੈਂਟ ਹੁੰਦਾ ਹੀ ਨਾ। ਅਸੀਂ ਨਹੀਂ, ਕਿਹੜੀ ਘਟਨਾ ਤੁਹਾਨੂੰ ਲੱਗਦੀ ਹੈ? ਉਹ ਕਹਿੰਦੇ ਕਿ ਤੁਹਾਡੀ ਵਾਰ ਨੂੰ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ। ਮੈਂ ਜਵਾਬ ਲਵਾਂਗਾ ਹੁਣ। ਮੈਂ ਹੁਣੇ ਦੱਸਦਾ ਤੁਹਾਨੂੰ, ਜਿਹੜਾ ਹਰਮੰਦਰ ਸਾਹਿਬ ਇਨਸੀਡੈਂਟ ਹੋਇਆ ਤਦ ਕਿਹਦੀ ਸਰਕਾਰ ਸੀ? ਤਦ ਇਹ ਦੋਨੋਂ ਸੀਗੇ, ਸ਼੍ਰੋਮਣੀ ਅਕਾਲੀ ਦਲ ਬਾਦਲ, ਐਸਜੀਪੀਸੀ ਦਾ। ਹਰਮੰਦਰ ਸਾਹਿਬ ਤਾਂ ਮੇਨ ਗੁਰਦੁਆਰਾ ਸਾਡਾ। ਇਹ ਕਹਿੰਦੇ ਜੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਕੋਲ ਕੰਟਰੋਲ ਨਹੀਂ ਹੈ, ਐਸਜੀਪੀਸੀ ਕੋਲ ਕੰਟਰੋਲ ਨਹੀਂ ਹੈ, ਠੀਕ ਹੈ ਤੁਹਾਡਾ ਠੀਕ ਹੈ। ਉੱਥੇ ਕਾਂਗਰਸ ਦੀ ਸਰਕਾਰ ਸੀਗੀ, ਤਦ ਕਾਂਗਰਸ ਨੇ ਕੀ ਐਗਜ਼ਾਮਪਲ ਦਿੱਤਾ? ਮੈਂ ਦੋਵਾਂ ਤੋਂ ਜਵਾਬ ਦੇਣ ਦੀ ਕੋਸ਼ਿਸ਼ ਕਰਦਾ। ਪਹਿਲਾਂ ਵਲਟੋਹਾ ਸਾਹਿਬ। ਗੌਰਵ ਜੀ, ਪਹਿਲੀ ਤੇ ਗੱਲ ਹੈ ਕਿ ਮੈਂ ਸ਼ੁਰੂ ਚ ਗੱਲ ਕੀਤੀ ਸੀ, ਦੋਸ਼ ਪ੍ਰਤੀ ਦੋਸ਼ ਚ ਨਾ ਪਈਏ। ਗੱਲਾਂ ਕਰਨੀਆਂ ਚਾਹੀਦੀਆਂ। ਅਸੀਂ ਰੋਜ਼ ਇੱਥੇ ਸਿਆਸਤ ਘੁੱਟ ਕੇ ਉੱਠ ਜਾਂਦੇ ਹਾਂ, ਸਿਆਸਤ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ। ਜੇ ਫਿਰ ਮੈਂ ਇਸ ਪਾਸੇ ਤੁਰ ਪਿਆ ਤੇ ਬਹੁਤ ਕੁਝ ਨਿਕਲੂਗਾ। ਬੋਲੋ ਨਾ ਜੀ, ਜਵਾਬ ਤਾਂ ਦਿਓ। ਜਵਾਬ ਦਿਓ ਤੁਸੀਂ। ਹੁਣ ਜਵਾਬ ਕਿਉਂ ਨਹੀਂ ਦਿੰਦੇ ਤੁਸੀਂ? ਜਦ ਤੁਹਾਡੇ ਤੇ ਕੋਈ ਗੱਲ ਆਉਂਦੀ ਹੈ ਤੁਸੀਂ ਹੋਰ ਕਿੱਥੇ ਲੈ ਜਾਂਦੇ? ਨਹੀਂ, ਜਦ ਜਵਾਬ ਮੰਗੋ ਇਹਨਾਂ ਤੁਸੀਂ ਬਹੁਤ ਇਤਮਾਨਾਨ ਨਾਲ ਸੁਣ ਰਹੇ ਸੀ ਆਪਾਂ, ਉਹਨਾਂ ਨੂੰ ਵੀ ਸੁਣ ਲਓ। ਗੱਲ ਸੁਣੋ। ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੇ ਵਿੱਚ ਲਾਈਨ 'ਚ ਲੱਗ ਕੇ ਜੇ ਕੋਈ ਜੰਗਲਾ ਟੱਪ ਕੇ ਅੱਗੇ ਵਧਿਆ, ਉੱਥੇ ਚੌਕੀਦਾਰ ਹਾਜ਼ਰ ਸੀਗੇ, ਉੱਥੇ ਜਿਹੜੇ ਸੇਵਾਦਾਰ ਹਾਜ਼ਰ ਸੀਗੇ ਜਿਨ੍ਹਾਂ ਦੀ ਡਿਊਟੀ ਇਸੇ ਕੰਮ ਤੇ ਹੈ, ਉਹਨਾਂ ਨੇ ਜਿਸ ਰੂਪ 'ਚ ਉਸ ਅੰਜਾਮ ਨੂੰ ਜਾਂ ਉਸ ਬੇਅਦਬੀ ਨੂੰ ਰੋਕਿਆ। ਅਸੀਂ ਚਾਹੁੰਦੇ ਕਿ ਪਹਿਰਾ ਇਸ ਤਰ੍ਹਾਂ ਦਾ ਹੋਵੇ, ਹਰੇਕ ਥਾਂ ਤੇ ਹੋਵੇ। ਇਹ ਸਤਿਗੁਰਾਂ ਦਾ ਸਰੂਪ ਹੈ, ਸਤਿਗੁਰਾਂ ਦਾ ਰੂਪ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ, ਤੇ ਉੱਥੇ ਜਿਹੜਾ ਪ੍ਰਬੰਧ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹਰ ਇੱਕ ਥਾਂ ਤੇ। ਭਾਵੇਂ ਸਾਨੂੰ ਗੁਰਦੁਆਰੇ ਘਟਾ ਦੇਣੇ ਚਾਹੀਦੇ ਜੀ। ਮੈਂ ਉਹ ਪਹਿਲੀ ਤਾਂ ਗੱਲ ਹੈ ਕਿ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਘਟਨਾ ਵਾਪਰੀ ਸੀਗੀ, ਉੱਥੇ ਸੁਚੇਤ ਪਹਿਰੇਦਾਰਾਂ ਨੇ, ਸੁਚੇਤ ਸੇਵਾਦਾਰਾਂ ਨੇ ਜੰਗਲਾ ਟੱਪਦਿਆਂ ਹੀ ਉਹਦੀ ਧੌਣ ਨੱਪੀ ਤੇ ਜੋ ਉਹਦਾ ਅੰਜਾਮ ਹੋਇਆ ਕਿਸੇ ਨੂੰ ਓਲਾ ਨਹੀਂ। ਅੱਗੇ ਆ ਜਾਓ। ਇਹ ਕਹਿੰਦੇ ਆ ਕਿ ਅਸੀਂ ਬੜੇ ਸੰਜੀਦਾ ਆ, ਅਸੀਂ ਜਿਹੜਾ ਆ ਕੁਛ ਕਰਕੇ ਦਿਖਾਉਣੇ। ਹੁਣ ਕਿਰਾਇਆ ਕੀਤਾ ਕੀ ਹੈ ਕਿ ਜਿਹੜੇ ਬੇਅਦਬੀ ਦੇ ਕੇਸ ਪੰਜਾਬ 'ਚ ਜਿਹੜਾ ਚਲਾਨ ਪੇਸ਼ ਕੀਤਾ ਗਿਆ ਸੀਗਾ ਫਰਵਰੀ 2022 ਦੇ ਵਿੱਚ, ਐਚਪੀਐਸ ਪਰਮਾਰ ਦੀ ਐਸਆਈਟੀ ਨੇ, ਉਹ ਜਿਹੜਾ ਆ ਇਹ ਜਿਹੜੀ ਦੋਸ਼ੀ ਹੈ, ਉਹਨਾਂ ਨੇ ਹਾਈ ਕੋਰਟ 'ਚ ਪਟੀਸ਼ਨ ਪਾ ਕੇ ਆਪਦਾ ਕੇਸ ਪੰਜਾਬ 'ਚ ਤਬਦੀਲ ਕਰਾ ਕੇ ਲੈ ਗਏ। ਤੇ ਤਬਦੀਲ ਕਿਹਨੇ ਕਰਵਾਇਆ? ਕਿਉਂਕਿ ਜਿਹੜਾ ਐਡਵੋਕੇਟ ਜਨਰਲ ਹੈ, ਕੀ ਉਹਦਾ ਨਾਂ ਹੈ? ਘਈ। ਹਾਂਜੀ, ਮਿਸਟਰ ਘਈ। ਉਹ ਕੌਣ ਆ? ਉਹ ਹੈਗਾ ਸਰਸੇ ਵਾਲੇ ਦਾ ਚੇਲਾ। ਸਰਸੇ ਵਾਲੇ ਦਾ ਚੇਲਾ ਇੱਥੋਂ ਤੱਕ ਹੈ ਕਿ ਹੁਣ ਤੱਕ ਜਿੰਨੇ ਕੇਸ ਵਾਪਰੇ ਹੈ ਉਹ ਸਰਸੇ ਵਾਲੇ ਦਾ ਪੈਰੋਕਾਰ ਰਿਹਾ ਹੈ। ਔਰ ਤੁਸੀਂ ਦੇਖੋ ਕਿ ਕਦੇ ਚਿੱਤ ਵੀ ਅਜਿਹਾ ਨਹੀਂ ਸੀ ਹੋ ਸਕਦਾ ਜਿਸ ਤਰੀਕੇ 'ਚ ਉੱਥੇ ਕੇਸ ਨੂੰ ਡਿਫੈਂਡ ਕੀਤਾ ਗਿਆ ਕਮਜ਼ੋਰੀ ਦੇ ਨਾਲ। ਉਹ ਕੇਸ ਜਿਹੜਾ ਤਬਦੀਲ ਕਰਾ ਕੇ ਲੈ ਗਏ, ਇਹ ਇਹਨਾਂ ਦੀ ਬੜੀ ਵੱਡੀ ਪ੍ਰਾਪਤੀ ਹੈ। ਹੁਣ ਅੱਗੇ ਕੀ ਹੈ ਕਿ ਉਹਨਾਂ ਦੀ ਮੰਗ ਹੈ ਕਿ ਕੇਸ ਫਿਰ ਭੌਂ ਕੇ ਸੀਬੀਆਈ ਨੂੰ ਤਬਦੀਲ ਕੀਤਾ ਜਾਵੇ। ਹਾਂਜੀ, ਤੇ ਸਾਨੂੰ ਤਾਂ ਜਾਪਦਾ ਇਹੀ ਕਿ ਸੀਬੀਆਈ ਕੋਲੇ ਵੀ ਕੇਸ ਚੱਲ ਜੂਗਾ ਜਿਸ ਤਰੀਕੇ ਨਾਲ ਇਹ ਲੱਗਿਆ। ਅੱਗੇ ਜਿਹੜੀ ਮੇਰੀ ਗੱਲ ਦੇਖੋ, 2015 ਦੇ ਐਂਡ ਦੇ ਵਿੱਚ ਮਜੀਠੇ ਹਲਕੇ 'ਚ ਰਾਮ ਦੀਵਾਲੀ ਮੁਸਲਮਾਨਾਂ 'ਚ ਬੇਅਦਬੀ ਦੀ ਘਟਨਾ ਵਾਪਰੀ। ਸਰ ਬਿਕਰਮ ਸਿੰਘ ਮਜੀਠੀਆ ਮੌਕੇ ਤੇ ਪਹੁੰਚੇ, ਦੋਸ਼ੀ ਗ੍ਰਿਫਤਾਰ ਕੀਤੇ ਔਰ ਉਹਨਾਂ ਤੇ 452 ਲਾਈ ਤੇ 7 ਸਾਲ ਦੀ ਸਜ਼ਾ 2016 ਦੇ ਐਂਡ ਤੱਕ 1 ਸਾਲ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ 4 ਦੋਸ਼ੀਆਂ ਨੂੰ ਸਜ਼ਾ ਕਰਵਾਈ। ਹਾਂਜੀ, ਔਰ ਇਸ ਤੋਂ ਇਲਾਵਾ ਜਿਹੜੇ ਮਲਕੇ ਭਾਈ ਕੇ ਇਹ ਬੇਅਦਬੀ ਹੋਈ ਸੀਗੀ 2015 ਚ, ਜਿਹੜੇ ਇਹ ਇਨਸੀਡੈਂਟ ਜਿਹੜੇ ਲਗਾਤਾਰ ਵਾਪਰੇ ਸੀ, ਉਹ ਡੀਆਈਜੀ ਖੱਟਰਾ ਨੇ ਉਸੇ ਟਾਈਮ ਜਿਹੜਾ ਚਲਾਨ ਪੇਸ਼ ਕਰਤਾ ਸੀ, ਉਹਨਾਂ ਦੋਸ਼ੀਆਂ ਨੂੰ ਸਜ਼ਾ ਹੋ ਚੁੱਕੀ ਹੈ। ਇਹ ਜਿਹੜੀਆਂ ਅਸੀਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦੇ ਕਿ ਅਸੀਂ ਬੜਾ ਵੱਡਾ ਆਸਾਨ ਕਰਤਾ, ਹਾਂਜੀ, ਜਾਂ ਅਸੀਂ ਬੜੀ ਵੱਡੀ ਪ੍ਰਾਪਤੀ ਕਰ ਲਈ, ਇਹਨਾਂ ਪ੍ਰਾਪਤੀਆਂ 'ਚ ਨਾ ਹੀ ਪੈਣਾ ਚਾਹੁੰਦੇ ਆ। ਸਾਡੀ ਤੇ ਮੁੱਕਦੀ ਜੀ ਗੱਲ ਇੰਨੀ ਕੁ ਹੈ ਕਿ ਮਾਰਚ 2016 ਦੇ ਵਿੱਚ ਜਿਹੜੇ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਸੀਗੇ, ਦੋਸ਼ੀ ਹੋਣਗੇ, ਉਹਨਾਂ ਨੂੰ ਉਮਰ ਕੈਦ ਦਾ ਪ੍ਰਾਵਧਾਨ ਦਾ ਕਾਨੂੰਨ ਬਣਾਇਆ ਗਿਆ ਸੀਗਾ। ਸਰਕਾਰ ਬਦਲ ਗਈ, ਦੀ ਸਰਕਾਰ ਆ ਗਈ। ਵਲਟੋਆ ਸਾਹਿਬ ਥੋੜਾ ਛੋਟਾ ਰੱਖੋ, ਮੈਂ ਵਾਰ-ਵਾਰ ਤਾਂ ਹੀ ਆਨਸਰ ਲੈ ਪਾਉਂਗਾ। ਹਾਂਜੀ, ਤੇ ਸਾਲ ਤੋਂ ਉੱਤੇ ਇਹਨਾਂ ਨੂੰ ਹੋ ਗਿਆ, 14 ਮਹੀਨੇ ਹੋ ਗਏ ਆ। ਇਹਨਾਂ ਨੇ ਇਸ ਪੁਆਇੰਟ ਦੇ ਉੱਤੇ ਆਈਏ, ਮੈਨੂੰ 2 ਪੁਆਇੰਟ ਲੱਗ ਰਹੇ ਨੇ, ਆਪਣੇ ਕੋਲ ਸਮਾਂ ਬਹੁਤ ਪਿੱਛੇ ਘੱਟ ਹੋਏਗਾ।
ਕਿੰਨੀ ਵਾਰ ਸੈਸ਼ਨ ਬੁਲਾ ਲਿਆ ਹੈ ਹਾਂ। ਕਿ ਉਹਨਾਂ ਸੈਸ਼ਨਾਂ ਦੇ ਵਿੱਚ ਅਜਿਹਾ ਨਹੀਂ ਸੀ ਕੀਤਾ ਜਾ ਸਕਦਾ ਕਿ ਜਿਹੜੀ 2016 ਦੇ ਵਿੱਚ ਅਕਾਲੀ ਦਲ ਨੇ ਜਿਹੜੀ ਸ਼ੁਰੂਆਤ ਕੀਤੀ ਸੀਗੀ, ਜੀ। ਜੇ ਉਹ ਤੇ ਕੋਈ ਆਬਜੈਕਸ਼ਨ ਲੱਗ ਕੇ ਕੇਂਦਰ ਸਰਕਾਰ ਵੱਲੋਂ ਆਇਆ ਸੀ ਤੇ ਉਹਨੂੰ ਦੂਰ ਕਰਕੇ ਭੌਂਕੇ ਜਿਹੜਾ ਕਾਨੂੰਨ ਵਲਟੋਹਾ ਬਣਾਉਂਦੇ ਸਾਹਿਬ ਤੋਂ